ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ। ਅੱਜ ਦੀ ਇਸ ਵੀਡੀਓ ਦੇ ਵਿੱਚ ਕੋਈ ਵੀ ਐਗਜ਼ਾਮ ਹੋਵੇ, ਕੋਈ ਵੀ ਕੰਪੀਟੀਸ਼ਨ ਐਗਜ਼ਾਮ ਹੋਵੇ, ਪੀਸਟੈਟ, ਐਚਟੈਟ, ਸੀਟੈਟ, ਆਰਟੈਟ, यूपीटेट, एमपीटेट, PSSB, DSSB, BPSC, ਕੋਈ ਵੀ ਐਗਜ਼ਾਮ ਹੋਵੇ, ਕੋਈ ਵੀ ਹਰਿਆਣਾ ਦਾ SSC, CGL, ਕੋਈ ਵੀ ਐਗਜ਼ਾਮ ਹੋਵੇ, ਕੋਈ ਵੀ ਤੁਸੀਂ ਇਸ ਚੋਂ ਪ੍ਰਸ਼ਨ ਪੱਕਾ ਦੇਖਦੇ ਹੋ ਤੇ ਪੱਕਾ ਉੱਤਰ ਦੇ ਤੁਹਾਨੂੰ ਡਾਊਟ ਹੁੰਦੇ ਨੇ, ਕਲੀਅਰ ਨਹੀਂ ਹੁੰਦਾ। ਉਹ ਜ਼ਿਆਦਾਤਰ ਬੱਚਿਆਂ ਦਾ ਪ੍ਰਸ਼ਨ ਗਲਤ ਹੁੰਦਾ, ਜਿਹਨਾਂ ਨੇ ਟ੍ਰਿਕ ਨਾਲ ਯਾਦ ਕੀਤਾ ਹੁੰਦਾ ਉਹਨਾਂ ਦਾ ਯਾਦ ਸਹੀ ਹੁੰਦਾ। ਇੱਕ ਟ੍ਰਿਕ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਇਹ ਹੈ ਕੀ ਆ? ਇਹ ਹੈ ਸੋਲਰ ਸਿਸਟਮ ਤੋਂ ਰਿਲੇਟਡ, ਆਪਣਾ ਸੌਰ ਪਰਿਵਾਰ ਤੋਂ ਰਿਲੇਟਡ ਹੈ ਵੀ ਕਿਹੜਾ ਗ੍ਰਹਿ ਕਿਹੜਾ ਉਪਗ੍ਰਹਿ ਦੇ ਨੇੜੇ ਹੈ, ਕਿਹੜਾ ਗ੍ਰਹਿ ਦੇ ਨੇੜੇ ਹੈ। ਮਤਲਬ ਇਸ ਤਰ੍ਹਾਂ ਦੇ ਕੁਐਸਚਨ ਇਹ ਬਣਦੇ ਹੁੰਦੇ ਨੇ। ਮਾਈ ਯਾਦ ਰੱਖਣਾ ਇਹਨੂੰ, ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਮਾਈ ਤੇ ਮਰਕਰੀ ਪੈਂਦਾ, ਮਾਈ ਤੇ ਮਰਕਰੀ ਪੈਂਦਾ। ਮਰਕਰੀ ਦਾ ਮਤਲਬ ਹੁੰਦਾ ਬੁੱਧ, ਬੁੱਧ। ਵੈਰੀ ਦਾ ਮਤਲਬ ਬੀ ਤੇ ਯਾਦ ਰੱਖੋ ਵੀਨਸ ਮਤਲਬ ਸ਼ੁੱਕਰ। ਅਫੀ ਦਾ ਮਤਲਬ ਅਰਥ, ਅਰਥ ਬਚਾ ਲਿਆ ਗਿਆ। ਤੀਸਰੇ ਨੰਬਰ ਤੇ ਧਰਤੀ, ਧਰਤੀ ਮਤਲਬ ਪ੍ਰਿਥਵੀ ਹੋ ਗਿਆ। ਮਦਰ ਮਤਲਬ ਮਾਸ, ਮੰਗਲ। ਜਸਟ ਮਤਲਬ ਯੂਪੀਟਰ, ਐਂਡ ਸਰਵ ਮਤਲਬ ਸੈਟਰਨ, ਐਂਡ ਅਸ ਮਤਲਬ ਯੂਰੇਨਸ ਜਾਂ ਅਰੁਣ ਵੀ ਬੋਲ ਦਿੰਦੇ ਨੇ, ਨਟਸ ਮਤਲਬ ਨੈਪਚੂਨ ਜਾਂ ਵਰੁਣ ਵੀ ਬੋਲ ਦਿੰਦੇ ਨੇ। ਤਾਂ ਇਹਨੂੰ ਯਾਦ ਕਰਨ ਦਾ ਤਰੀਕਾ ਯਾਦ ਰੱਖਿਓ, ਇਹ ਸੂਰਜ ਤੋਂ ਜਿਹੜੀ ਇਹਨਾਂ ਦੀ ਗ੍ਰਹਿ ਦੀ ਦੂਰੀ ਹੈ ਇਹ ਉਸ ਦੇ ਮੁਤਾਬਿਕ ਨੇ ਵੀ ਸੂਰਜ ਦੇ ਸਭ ਤੋਂ ਜਿਹੜਾ ਨੇੜੇ ਹੈ ਉਹ ਹੈਗਾ ਮਰਕਰੀ, ਬੁੱਧ ਸਭ ਤੋਂ ਨੇੜੇ ਹੈ, ਠੀਕ ਹੈ। ਤੇ ਸਭ ਤੋਂ ਨੇੜੇ ਇੱਧਰ ਵੀਨਸ ਆ ਗਿਆ, ਤੇ ਬ੍ਰਹਿਸਪਤੀ ਸਭ ਤੋਂ ਧਰਤੀ ਦੇ ਸਭ ਤੋਂ ਨੇੜੇ ਮੰਗਲ ਹੈ। ਯਾਦ ਰੱਖਿਓ ਸੂਰਜ ਦੇ ਸਭ ਤੋਂ ਨੇੜੇ ਬੁੱਧ ਹੈ, ਮਰਕਰੀ ਹੈ ਯਾਨੀ ਕਿ, ਐਂਡ ਧਰਤੀ ਦੇ ਸਭ ਤੋਂ ਨੇੜੇ ਕੌਣ ਹੈ? ਮੰਗਲ ਹੈ ਜੀ। ਯਾਦ ਰੱਖਣਾ ਇਸ ਗੱਲ ਨੂੰ। ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਮਾਈ ਮਰਕਰੀ, ਮਰਕਰੀ ਦਾ ਬੁੱਧ, ਵੈਰੀ ਵੀਨਸ ਸ਼ੁੱਕਰ, ਅਫੀਸ਼ ਅਰਥ, ਧਰਤੀ, ਧਰਤੀ ਦੇ ਸਭ ਤੋਂ ਨੇੜੇ ਮੰਗਲ, ਐਂਡ ਜਸਟ ਯੂਪੀਟਰ ਬ੍ਰਹਿਸਪਤੀ, ਸਰਵਡ ਅਸ ਸ਼ਨੀ, ਐਂਡ ਅਸ ਦਾ ਮਤਲਬ ਯੂਰੇਨਸ ਅਰੁਣ ਯੂਰੇਨਸ, ਐਂਡ ਨਟਸ ਨੈਪਚੂਨ ਵਰੁਣ। ਠੀਕ ਹੈ ਜੀ। ਹੁਣ ਇੱਕ ਗੱਲ ਹੋਰ ਆਉਂਦੀ ਹੈ, ਕਈ ਵਾਰ ਪ੍ਰਸ਼ਨ ਇਹ ਆਉਂਦਾ ਹੁੰਦਾ ਹੈ, ਵੈਸੇ ਤਾਂ ਹੋਰ ਬਹੁਤ ਪ੍ਰਸ਼ਨ ਨੇ ਇਹਨਾਂ ਤੋਂ ਬਣਦੇ, ਲੇਕਿਨ ਇਹਨਾਂ ਤੋਂ ਜਿਹੜੇ ਮੈਂ ਜਿੰਨੇ ਬਣਾ ਸਕਦਾ ਸੀ ਉਹਨੇ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਇਸ PDF ਦੇ ਵਿੱਚ ਛੋਟੀ ਜਿਹੀ ਚ, ਕਿ ਮਰਕਰੀ ਦਾ ਕਿੰਨੇ ਉਪਗ੍ਰਹਿ ਨੇ। ਮਰਕਰੀ ਯਾਨੀ ਕਿ ਬੁੱਧ ਜਿਹੜੇ ਕਿ ਧਰਤੀ ਤੋਂ ਉੱਪਰ ਨੇ, ਯਾਨੀ ਕਿ ਮਾਈ ਵੈਰੀ ਦੇ ਜਿਹੜੇ ਹੈਗੇ ਨੇ, ਯਾਨੀ ਕਿ ਮਰਕਰੀ ਤੇ ਸ਼ੁੱਕਰ ਦਾ ਕੋਈ ਵੀ ਉਪਗ੍ਰਹਿ ਨਹੀਂ ਹੈਗਾ। ਅਰਥ ਦਾ ਇੱਕੋ ਹੀ ਉਪਗ੍ਰਹਿ ਜਿਹਦਾ ਨਾਮ ਹੈ ਚੰਦਰਮਾ। ਠੀਕ ਹੈ ਜੀ। ਮਦਰ, ਮਦਰ ਯਾਨੀ ਕਿ ਮੰਗਲ, ਮੰਗਲ ਦੇ ਦੋ ਉਪਗ੍ਰਹਿ ਨੇ। ਜਸਟ ਯਾਨੀ ਕਿ ਯੂਪੀਟਰ ਦੇ ਸਭ ਤੋਂ ਜ਼ਿਆਦਾ ਨੇ 63 ਨੇ, ਸ਼ਨੀ ਦੇ 47 ਨੇ, ਜਿਹਦੇ ਚੋਂ ਟਾਈਟਨ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਟਾਈਟਨ। ਠੀਕ ਹੈ ਜੀ। ਯੂਰੇਨਸ ਯਾਨੀ ਕਿ ਅਰੁਣ ਦੇ 27 ਨੇ, ਐਂਡ ਨੈਪਚੂਨ ਦੇ 13 ਨੇ। ਯਾਦ ਰੱਖਿਓ ਯੂਪੀਟਰ ਦੇ ਸਭ ਤੋਂ ਜ਼ਿਆਦਾ ਨੇ, ਐਂਡ ਯੂਪੀਟਰ ਦੇ ਸਭ ਤੋਂ ਜ਼ਿਆਦਾ, ਧਰਤੀ ਦਾ ਇੱਕੋ ਹੀ ਹੈ, ਐਂਡ ਮਰਕਰੀ ਤੇ ਸ਼ੁੱਕਰ ਯਾਨੀ ਕਿ ਬੁੱਧ ਤੇ ਸ਼ੁੱਕਰ ਦਾ ਇੱਕ ਵੀ ਨਹੀਂ ਹੈਗਾ, ਧਰਤੀ ਦਾ ਇੱਕੋ ਹੀ ਹੈ। ਮੰਗਲ ਦੇ 2 ਨੇ। ਦੇਖੋ 0 0 1 2 ਗਿਣਤੀ ਬਣਦੀ ਪਈ ਹੈ। ਅੱਗੇ 63 ਆ ਗਿਆ ਬ੍ਰਹਿਸਪਤੀ ਦਾ, ਯਾਨੀ ਕਿ 3 ਹੋ ਗਿਆ। ਠੀਕ ਹੈ ਜੀ। ਯਾਦ ਰੱਖਣਾ ਅੱਗੇ 4 ਆ ਗਿਆ, ਪਹਿਲਾ ਨੰਬਰ 4 ਆ ਗਿਆ ਸ਼ਨੀ ਦਾ, 4 ਤੇ 47 ਯਾਦ ਰੱਖਿਓ। ਠੀਕ ਹੈ, ਠੀਕ ਹੈ ਜੀ। ਅੱਗੇ ਯਾਦ ਰੱਖਣਾ ਯੂਰੇਨਸ ਦਾ, ਤੇ 207 ਘਟਾਏ ਸੱਚ 2 ਘਟਾਏ 5 ਬਚਦਾ। ਤਾਂ ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ, ਟ੍ਰਿਕ ਦੇ ਨਾਲ ਹੈ ਕਿ ਬੁੱਧ ਤੇ ਸ਼ੁੱਕਰ ਦਾ 0 ਆ, ਧਰਤੀ ਦਾ 1 ਆ, ਮੰਗਲ ਦੇ 2 ਆ, ਬ੍ਰਹਿਸਪਤੀ ਦੇ ਸਭ ਤੋਂ ਜ਼ਿਆਦਾ 63 ਨੇ, 47 ਸ਼ਨੀ ਦੇ ਨੇ, ਜਿਹਦੇ ਚੋਂ ਟਾਈਟਨ ਮਸ਼ਹੂਰ ਹੁੰਦਾ, ਅਰੁਣ ਦੇ 27 ਨੇ, ਐਂਡ ਵਰੁਣ ਦੇ 13 ਨੇ। ਠੀਕ ਹੈ ਜੀ। ਅੱਗੇ ਇੱਕ ਹੋਰ PDF ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਉਹ ਵੀ ਯਾਦ ਰੱਖਣ ਦਾ ਹੁਣ ਤਰੀਕਾ ਤੁਹਾਡੇ ਯਾਦ ਹੋ ਗਿਆ ਹੋਊਗਾ ਕਿ ਮਾਈ ਵੈਰੀ ਐਫੀਸ਼ੀਐਂਟ, ਮਾਈ ਵੈਰੀ ਐਫੀਸ਼ੀਐਂਟ ਮੇਰੀ ਬਹੁਤ ਪਿਆਰੀ, ਬਹੁਤ ਹੀ ਸੂਝਵਾਨ, ਮਤਲਬ ਐਫੀਸ਼ੀਐਂਟ ਮਤਲਬ ਵਧੀਆ ਆਪਾਂ ਕਹਿ ਸਕਦੇ ਹਾਂ, ਮਦਰ ਜਸਟ ਸਰਵਡ ਅਸ ਨਟਸ, ਸਾਨੂੰ ਉਹਨੇ ਹੁਣੀ ਨਟਸ ਸਰਵ ਕੀਤੇ ਨੇ। ਤਾਂ ਯਾਦ ਰੱਖਣ ਦਾ ਤਰੀਕਾ ਬੇਟਾ ਯਾਦ ਰੱਖਿਓ। ਕਿਵੇਂ ਲੱਗਿਆ ਤੁਹਾਨੂੰ ਤਰੀਕਾ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਇਸ ਤੋਂ ਬਾਅਦ ਜਿਹੜੇ ਇਤੋਂ ਪ੍ਰਸ਼ਨ ਬਣਦੇ ਨੇ ਉਹ ਵੀ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰਦਾ। ਧੰਨਵਾਦ ਜੀ। तो जी आज जो भी इनके समय सम फैक्ट्स अबाउट प्लैनेट्स, प्लैनेट्स के फैक्ट तथ्य बताते हैं हम। प्लैनेट नियरेस्ट टू अर्थ, वहां पे प्लैनेट नियरेस्ट टू अर्थ वैसे मंगल बोला गया था, लेकिन ऊपर की बात चल रही है तो ऊपर की बात में वीनस आएगा। और सूरज के सबसे नजदीक है बुध, याद रखना पहले 2 है। सूरज के सबसे नजदीक है बुध और धरती के सबसे नजदीक है शुक्र। प्लैनेट नियरेस्ट टू सन अभी मरकरी, याद रखना। प्लैनेट हैविंग मोस्ट सर्कुलर ऑर्बिट, प्लैनेट हैविंग मोस्ट सर्कुलर ऑर्बिट इंग्लिश में याद रखना, कई बार पंजाबी और हिंदी में हमारे को समझ में नहीं आता कि इसका मतलब क्या है। प्लैनेट हैविंग मोस्ट सर्कुलर ऑर्बिट, वीनस डेडलेस्ट
प्लैनेट वीनस, प्लैनेट हैविंग हाईएस्ट टेम्परेचर, सबसे ज्यादा टेम्परेचर वीनस का होता है, ठीक है जी। और मैं वीनस की और देख लेते हैं आप साथ के साथ। प्लैनेट हैविंग रेट्रोग्रेड रोटेशन, ठीक है जी। वीनस एंड यूरेनस, ब्राइटेस्ट, चमकीला ग्रह किसे कहा जाता है, वीनस को बोला जाता है, यानी कि वीनस का ये अगर किसका एक भी उपग्रह नहीं है तो वीनस और मरकरी आएगा उसका, तो याद रखना। चलो, प्लैनेट नियरेस्ट टू अर्थ, सन आ गया मरकरी। डेडलिस्ट पे प्लैनेट भी शुक्र है, और प्लैनेट हैविंग हाईएस्ट टेम्परेचर भी शुक्र है। प्लैनेट हैविंग नो सैटेलाइट, किसी का देखो ये प्रश्न आ गया कि किसका कोई भी उपग्रह नहीं है, तो मरकरी एंड वीनस यानी कि बुध और शुक्र। प्लैनेट हैविंग मोस्ट एलिप्टिकल ऑर्बिट, प्लूटो। प्लैनेट हैविंग लोएस्ट टेम्परेचर, सबसे ज्यादा टेम्परेचर जो है वो वीनस का है, और सबसे कम जो है वो प्लूटो का है। स्मॉलेस्ट भी प्लूटो है। प्लैनेट हैविंग मैक्सिमम पीरियड ऑफ रेवोल्यूशन, 248 साल लगते हैं प्लूटो को। प्लैनेट हैविंग मिनिमम पीरियड होता है क्योंकि सूर्य के सबसे नजदीक है तो वही आएगा ना, मरकरी। प्लैनेट हैविंग फास्टेस्ट ऑर्बिट, मरकरी का ही है। प्लैनेट हैविंग नो कार्बन डाइऑक्साइड में भी, ओके, एंड ये है मरकरी। प्लैनेट हैविंग मैक्सिमम नंबर ऑफ सैटेलाइट, सबसे ज्यादा सैटेलाइट, यहां पे इन्होंने सैटर्न के 47 दिखा रखा है, लेकिन वैसे मेरे हिसाब से वहां पे अपन ने ज्यादा किया था, चलो वो देख लेंगे। प्लैनेट हैविंग मैक्सिमम डेंसिटी, मरकरी। प्लैनेट हैविंग मिनिमम डेंसिटी, यूरेनस। प्लैनेट हैविंग रेट्रोग्रेड रोटेशन, वीनस एंड यूरेनस। ब्राइटनेस हो ही गया, वीनस है। लार्जेस्ट, सबसे बड़ा, यूपिटर है। और डायनेमिक एंड यूनिक प्लैनेट अर्थ है। ग्रीनिश प्लैनेट यूरेनस को बोला था। येलो, इसमें से प्रश्न पक्का आता है, येलोइश सैटर्न यानी कि शनि पीला है, शनि पीला है। और मार्स रेडिश यानी कि मार्स, आपको पता लग गया, मार्स लाल है। मंगलवार को दिन वैसे भी हनुमान जी का दिन होता है तो लाल याद रखना। और नेपच्यून ब्लू है, नेपच्यून यानी कि नीला, न से याद रखना, नीला, ठीक है जी। और सैटर्न येलो ही हो गया, ठीक है जी। उम्मीद करता हूं आपको यह वीडियो पसंद आई होगी। अगर वीडियो पसंद आई है तो लाइक शेयर सब्सक्राइब जरूर करना। और इसमें पक्का प्रश्न आता ही आता है एचटेट सीटेट पीटेट के रिगार्डिंग। अगर आपको नोट्स वगैरह चाहिए तो हमारा ग्रुप बना है, लिंक नीचे लिंक में, हम डिस्क्रिप्शन में, हम कमेंट में भी हम डाल देंगे, आप उसको ज्वाइन कर लें। और इन फ्यूचर जब भी यह वैसे चैनल बच्चों का है, बच्चों को भी इसके साथ नॉलेज मिल जाती है। थैंक यू सो मच।